बिस्मिल्लाहिर्रहमानिर्रहीम बिस्मिल्लाहिर्रहमानिर्रहीम। आपका मेज़बान सरदार ताहिर आपकी खिदमत में हाजिर हूँ आज एक नए मेहमान के साथ। आज जो मेरे साथ मेहमान शख्सियत है वो गुजरांवाला में आए और छा गए। मोटर कार का जो बिजनेस है गुजरांवाला में उन लोगों में बड़ा नाम किंग मोटर का है और जैसे नाम किंग है वैसे खुद भी शख्सियत किंग ही है। खुली डुली शख्सियत और बेबाक गुफ्तगू करने वाले। और आज गुजरांवाला में दो चार मसाइल हैं, गुफ्तगू कर रहे हैं, तो वो भी सोशल मीडिया पर उनकी वीडियो सामने आ रही हैं, तो उनसे जानेंगे कि वो मुश्ताक साहब मेरे साथ मौजूद हैं, चौधरी मुश्ताक साहब, जो किंग मोटर चांदा किला इनका शोरूम है। तो आज इनसे बात होगी उनके ज़ाती बिजनेस के हवाले से कि वो कैसे आए, किंग मोटर का ख्याल कैसे, नाम कैसे सोचा, ये तमाम चीज़ें छोटे छोटे सवाल करने की कोशिश करूँगा। बहुत शुक्रिया चौधरी मुश्ताक साहब आपका। सबसे पहले हमारे नाज़रीन को बताएं कि आप कब से इस कारोबार से वाबस्ता हैं, कितने अरसे तो ये काम कर रहे हो? जी अस्सलाम वालेकुम, बिस्मिल्लाहिर्रहमानिर्रहीम। ये तुसां सवाल कीता है कि किन्नी देर तो कर रहे हो। जी दो चीज़ां होंदियां ने, एक कारोबार या कोई चीज़ मिलदी है विरसा च, ठीक है। एक बंदा खुद पैदा करदा है या अल्लाह दी मेहरबानी नाल। जी ये जेह्ड़ा कारोबार है गड्डियां दा मैनूं नानकी विरसा च मिलिआ। मेरे नानके जेह्ड़े ने उन्हां दा शोरूम सी, गड्डियां दा काम करदे हन काफ़ी, मतलब साडी होई तो पहले। ते उस तो अगे फिर असीं पिछों हाफसाबाद तो पिछे पिंड है मेरा खंजर, उत्थों असीं इत्थे आए। ते उदों ना तकरीबन विच होर भी काम काफ़ी कीते ने, मेहनत मजदूरियां कई काम। अगों फिर ये नानकी विरसा एक काम सी सानू, अल्लाह पाक ने अनायत कीता है। ते तकरीबन सानू जेह्ड़ा ना नू हो गए ने तकरीबन को 10-12 साल या 15 साल बाद। ठीक है। जी 10 साल तो अबाब अरसा हो जी गया। जी। ठीक है। इस कारोबार ਵਿੱਚ ਜਦੋਂ ਦੇ ਤੁਸੀਂ ਆਏ ਹੋ ਬੜੇ ਸਾਰੇ ਤਜਰਬਾਤ ਹੋਏ ਨੇ, ਸਿੱਖਿਆ ਹੋਏਗਾ ਬੜਾ ਕੁਝ। ਕੀ ਸਮਝਦੇ ਹੋ ਕਿ ਇਹ ਕਾਰੋਬਾਰ ਵਿੱਚ ਤੁਹਾਨੂੰ ਕੀ ਹੋਇਆ, ਹਾਸਲ ਕੀ ਹੋਇਆ, ਆਉਣ ਵਾਲੇ ਲੋਕਾਂ ਨੂੰ ਕੀ ਕੀ ਉਹਦੇ ਹਵਾਲੇ ਨਾਲ ਸਬਕ ਦਿਓ? ਵੇਖੋ ਜੀ, ਕੋਈ ਕੰਮ ਵੀ ਅਗਰ ਤੁਸੀਂ ਉਹਨੂੰ ਇੱਜ਼ਤ ਨਾਲ ਜਾਂ ਉਹਨੂੰ ਹੱਕ ਲਾਲ ਦੀ ਰੋਟੀ ਕਮਾਉਣ ਦੇ ਨਾਲ ਅਗਰ ਜਾਂ ਅੱਛੀ ਨੀਅਤ ਨਾਲ ਕੰਮ ਕਰਦੇ ਹੋ ਤੇ ਉਹ ਅੱਲਾਹ ਪਾਕ ਉਹਦੀ ਤਰੱਕੀ ਦਿੰਦਾ ਹੈ, ਆਬਾਦੀ ਹੁੰਦੀ ਹੈ ਸਭ ਦਾ। ਠੀਕ ਹੈ। ਤੇ ਤੁਸੀਂ ਖੁਦ ਆਪ ਇੱਕ ਟੀਮ ਹੈ ਤੁਹਾਡੇ ਕੋਲ, ਮੈਂ ਜਿਸ ਤਰ੍ਹਾਂ ਤੁਹਾਡਾ ਉਹ ਸ਼ੋਰੂਮ ਦੇਖਿਆ ਪੂਰੀ ਇੱਕ ਟੀਮ ਰੱਖੀ ਹੈ ਤੁਸੀਂ ਇਹ ਕਾਰੋਬਾਰ 10-12 ਸਾਲ ਤੋਂ ਜੁਮਾ ਬਾਜ਼ਾਰ ਵੀ ਲਾ ਰਹੇ ਹੋ। ਠੀਕ ਹੈ। ਜੁਮਾ ਬਾਜ਼ਾਰ ਵਿੱਚ ਤੁਹਾਡੇ ਕੋਲ ਬੇਸ਼ੁਮਾਰ ਗੱਡੀਆਂ ਆਉਂਦੀਆਂ, ਉਹਦੇ ਹਵਾਲੇ ਨਾਲ ਤੁਸੀਂ ਕੀ ਪਾਲਿਸੀ ਰੱਖੀ ਹੋਈ ਹੈ? ਵੇਖੋ ਜੀ, ਜੁਮਾ ਬਾਜ਼ਾਰ ਲੱਗਦਾ ਸੀ ਰਾਹ ਵਾਲੀ ਸਾਈਡ ਵੱਲ। ਠੀਕ ਹੈ। ਸਾਡਾ ਸ਼ੋਰੂਮ ਸੀ ਕਿੰਗ ਮਾਲ ਦੇ ਨਾਲ ਵਾਪਟਾ ਟਾਊਨ ਦੇ ਸਾਹਮਣੇ। ਨਾਲ ਮੇਰਾ ਭਾਈ ਹੈ ਛੋਟਾ, ਮਾਮੇ ਦਾ ਪੁੱਤਰ ਹੈ, ਕਦਨ ਵੀ ਮੇਰਾ ਛੋਟਾ ਭਾਈ ਹੈ ਨਿਮਤੁੱਲਾ ਪੱਟੀ। ਤੇ ਫਿਰ ਉਹ ਅਹੁਦੇਦਾਰ ਵੀ ਹੈ ਉਸ ਮਾਰਕੀਟ ਦਾ, ਸੈਕਟਰੀ ਹੈ। ਤੇ ਅੱਲਾਹ ਪਾਕ ਦੀ ਮੈਂ ਸਮਝਣਾ ਕਰਮ ਨਮਾਜ਼ੀ ਹੈ ਸਾਡੇ ਤੇ ਕਾਫੀ ਦੇਰ ਤੋਂ ਫਿਰ ਇੱਜ਼ਤ ਪਾ ਰਹੇ ਹਾਂ। ਅੱਲਾਹ ਪਾਕ ਖੈਰ ਰੱਖੇ। ਠੀਕ ਹੋ ਗਿਆ। ਜਿਹੜੀ ਤੁਸੀਂ ਜ਼ਿਆਦਾਤਰ ਕਾਰੋਬਾਰ ਜੁਮੇ ਵਾਲੇ ਦਿਨ ਰਾਹ ਵਾਲੀ ਆ ਕੇ ਕਰਦੇ ਹੋ ਹਾਂ ਨਿਊ ਸਹਾਰਾ ਮੋਟਰ ਦੇ ਨਾਲ? ਜੀ ਬਿਲਕੁਲ, ਨਿਊ ਸਹਾਰਾ ਦੇ ਨਾਲ ਅਸੀਂ ਥੋੜੀ ਦੇਰ ਹੋਈ ਹੈ, ਬਲਕਿ ਕੰਮ ਅਸੀਂ ਬੜਾ ਪੁਰਾਣਾ ਕਰਨੇ ਆ ਲੈਣ ਦੇਣ। ਬਾਕੀ ਇਹ ਰਾਹ ਵਾਲੀ ਸਾਈਡ ਤੇ ਜੁਮਾ ਬਾਜ਼ਾਰ ਲਾਉਂਦੇ ਹਾਂ। ਸਭ ਤੋਂ ਪਹਿਲਾਂ ਗੁਜਰਾਂ ਵਾਲੇ ਅਸਾਂ ਤਵਾਰ ਬਾਜ਼ਾਰ ਲਾਇਆ ਤਕਰੀਬਨ ਕਾਫੀ ਦੇਰ ਤੋਂ। ਉਹ ਥੋੜਾ ਜਿਹਾ ਬਾਜ਼ਾਰ ਦਾ ਜਿਹੜਾ ਹਿਸਾਬ ਹੁੰਦਾ ਨਾ ਜੀ, ਮਹਿਮਾਨ ਆਉਂਦੇ ਸਨ ਬੜੀ ਬੜੀ ਦੂਰੋਂ ਬਾਜ਼ਾਰਾਂ 'ਚ, ਉਹ ਫਿਰ ਕਈਆਂ ਬੰਦਿਆਂ ਨੂੰ ਅਸੀਂ ਮਿਲ ਨਾ ਸਕਣਾ, ਰਸ਼ ਹੋਣਾ। ਉਹ ਫਿਰ ਨਿਮਤ ਨੂੰ ਮੈਂ ਕਿਹਾ ਯਾਰ ਸਾਡੇ ਬੰਦੇ ਨਾਰਾਜ਼ ਹੁੰਦੇ ਨੇ, ਜਾਂ ਤੇ ਇਹਨਾਂ ਨੂੰ ਬਰਾਬਰ ਟਾਈਮ ਦਿੱਤਾ ਜਾਏ। ਤੇ ਫਿਰ ਸਾਡਾ ਅੱਲਾ ਦੇ ਹੁਕਮ ਨਾਲ ਇਹ ਉਹ ਜਿਵੇਂ ਪੰਜਾਬੀ ਜਾਂਦੇ ਨੇ ਨਾ, ਡੇਰਾ ਮਸੀਹ ਸਾਂਝਾ ਹੁੰਦਾ ਹੈ। ਇਸੇ ਤਰ੍ਹਾਂ ਸ਼ੋਰੂਮਾਂ ਦਾ ਵੀ ਮੈਂ ਸਮਝਣਾ ਤੁਸੀਂ ਆਪਣੇ ਅਖਲਾਕ ਪਿਆਰ ਨਾਲ ਕੰਮ ਨੂੰ ਵਧਾ ਸਕਦੇ ਹੋ। ਤੇ ਉਹ ਅੱਲਾਹ ਪਾਕ ਦੀ ਬੜੀ ਕਰਮ ਨਵਾਜ਼ੀ ਹੈ। ਸਾਡੇ ਕੋਲ 24 ਘੰਟੇ ਉੱਥੇ ਬਾਜ਼ਾਰ ਲੱਗਾ ਰਹਿੰਦਾ ਸੀ ਸਾਡੇ ਕੋਲ। ਹਾਂਜੀ। ਅੱਛਾ, ਹੁਣ ਇਹ ਦੱਸੋ ਕਿ ਤੁਸੀਂ ਬੇਸਿਕਲੀ ਇੱਕ ਜ਼ਿਮੀਦਾਰ ਘਰਾਣੇ ਦਾ ਤੁਹਾਡਾ ਤਾਲੁਕ ਹੈ। ਠੀਕ ਹੈ। ਇੱਕ ਪਿੰਡ ਤੋਂ ਆਏ ਔਰ ਆ ਕੇ ਕਾਰੋਬਾਰ ਸ਼ੁਰੂ ਕਰ ਦਿੱਤਾ। ਠੀਕ ਹੈ। ਮੇਰਾ ਅਗਲਾ ਇਹ ਸਵਾਲ ਹੈ ਕਿ ਕੋਈ ਬੰਦਾ ਤੁਹਾਨੂੰ ਚੈਲੰਜ ਕਰਦਾ ਹੈ
ਕਿ ਸਾਡੇ ਮੁਕਾਬਲੇ ਤੁਸੀਂ ਆ ਕੇ ਉਸ ਜਗ੍ਹਾ ਵਿੱਚ ਬਾਜ਼ਾਰ ਨਹੀਂ ਲਾ ਸਕਦੇ। ਤਾਂ ਤੁਸੀਂ ਇੱਕ ਜਵਾਬ ਉਹਦਾ ਬੜਾ ਝਟਕੇ ਅੰਦਾਜ਼ ਵਿੱਚ ਦਿੱਤਾ ਹੈ। ਤੇ ਕੀ ਉਹ ਕਿਆ ਗੁਜਰਾਂਵਾਲੇ ਦੇ ਲੋਕ ਜਾਂ ਗੁਜਰਾਂਵਾਲੇ ਡਿਵੀਜ਼ਨ ਦੇ ਲੋਕ ਇਹ ਚੈਲੰਜ ਕਬੂਲ ਕਰ ਦੇਣ ਕਿ ਕਿਸੇ ਨੂੰ ਬਾਹਰੋਂ ਆ ਕੇ ਤੁਹਾਡੇ ਨਾਲ ਕਾਰੋਬਾਰ ਨਹੀਂ ਕਰਨ ਦਿਆਂਗਾ? ਵੇਖੋ ਗੁਜ਼ਾਰਿਸ਼ ਇਹ ਵੀ ਕਿ ਗੁਜਰਾਂਵਾਲੇ ਬਹੁਤ ਵੱਡੀ ਮਾਰਕੀਟ ਹੈ ਗੱਡੀਆਂ ਦੀ। ਜਿਹੜੀ ਚੈਲੰਜ ਵਾਲੀ ਗੱਲ ਹੈ ਕਿ ਇੱਕ ਜਮਹੂਰੀਅਤ ਹੈ, ਹਰ ਬੰਦੇ ਨੂੰ ਹੱਕ ਹਾਸਲ ਹੈ ਕਿ ਉਹ ਕੰਮ ਵਸੀ ਜਿੰਨਾ ਵੀ ਕਰੇ, ਬਲਕਿ ਉਹਦੇ ਵਾਸਤੇ ਦੁਆ ਕਰਨੀ ਚਾਹੀਦੀ ਹੈ। ਠੀਕ ਹੈ। ਮੈਂ ਸਮਝਣਾ ਜਦੋਂ ਤੁਸੀਂ ਕਿਸੇ ਵਾਸਤੇ ਦੁਆ ਕਰਦੇ ਹੋ, ਅੱਲਾਹ ਪਾਕ ਤੁਹਾਡੀ ਵੀ ਸੁਣ ਲੈਂਦਾ ਹੈ। ਅੱਲਾਹ ਪਾਕ ਨੇ ਸਾਡੀ ਵੀ ਸੁਣੀ ਹੈ। ਤੇ ਪਿੱਛੇ ਚੈਲੰਜ ਵਾਲੀ ਗੱਲ ਰਹੀ, ਮੈਂ ਸਮਝਣਾ ਉਹ ਗੱਲ ਏਡੀ ਮੈਂ ਉਹਨੂੰ ਅਹਿਮੀਅਤ ਨਹੀਂ ਦਿੰਦਾ, ਨਾ ਕੋਈ ਹੈ ਵੇ ਠੀਕ ਹੈ। ਨਾ ਹੀ ਅਸੀਂ ਸਮਝਦੇ ਹਾਂ। ਤੇ ਜਿਹੜੇ ਗੁਜਰਾਂਵਾਲੇ ਦੇ ਬੰਦੇ ਨੇ ਤਕਰੀਬਨ ਦਲੇਰ, ਬਹਾਦਰ ਔਰ ਕੰਮ ਨੂੰ ਜਿਹੜਾ ਖਾਸ ਕਰਕੇ ਗੱਡੀਆਂ ਦਾ ਕੰਮ ਇਹਨੂੰ ਬੜੇ ਅੱਛੇ ਤਰੀਕੇ ਨਾਲ ਜਾਣਦੇ ਨੇ ਕਰਨਾ ਤੇ ਸਮਝਣਾ। ਠੀਕ ਹੋ ਗਿਆ। 28 ਤਾਰੀਖ ਨੂੰ ਜਿਹੜਾ ਤੁਸੀਂ ਕਾਰ ਮੇਲਾ ਲਾ ਰਹੇ ਹੋ ਔਰ ਹਰ ਜੁਮੇ ਲਾਓਗੇ, ਔਰ ਜਿਸ ਤਰ੍ਹਾਂ ਹਾਜੀ ਜ਼ਮਾਨ ਹੰਜਰਾ ਸਾਹਿਬ ਨੇ ਵੀ ਆਪਣੇ ਇੰਟਰਵਿਊ 'ਚ ਕਿਹਾ ਹੈ ਕਿ ਅਸੀਂ ਸਾਰੇ ਦੋਸਤ ਗੁਜਰਾਂਵਾਲੇ ਦੇ ਮਿਲ ਕੇ ਪੂਰੇ ਪਾਕਿਸਤਾਨ ਦੇ ਡੀਲਰ ਨੂੰ ਦਾਵਤ ਦੇ ਰਹੇ ਹਾਂ। ਤੇ ਉਹ ਜਿਹੜਾ ਤੁਸੀਂ ਜਗ੍ਹਾ ਚੂਜ਼ ਕੀਤੀ ਹੈ, ਉੱਥੇ ਇੱਕ ਹੋਰ ਬੰਦਾ ਵੀ ਲਾ ਰਿਹਾ। ਕਿਆ ਉਹ ਮੁਕਾਬਲੇ 'ਚ ਲਾ ਰਹੇ ਹੋ ਜਾਂ ਤੁਸੀਂ ਪਹਿਲੇ ਤੋਂ ਸਾਡਾ ਕੋਈ ਪਲਾਨ? ਦੇਖੋ ਜੀ, ਸਾਡਾ ਉਸ ਬੰਦੇ ਨਾਲ ਵੀ ਬੜਾ ਪਿਆਰ ਹੈ, ਬਲਕਿ ਅਸੀਂ ਇਹ ਜਿਹੜੇ ਦਾਵਤ ਆਮ ਹੈ ਇਹ ਖਾਲੀ ਗੁਜਰਾਂਵਾਲੇ ਨਹੀਂ, ਮੈਂ ਸਮਝਣਾ ਸਿਆਲਕੋਟ, ਗੁਜਰਾਤ, ਹਾਫਸਾਬਾਦ ਮੇਰਾ ਬਾਈ ਸ਼ਹਿਰ ਹੈ, ਤੇ ਇਹ ਸਾਰੇ ਲੋਕ ਜਿਹੜੇ ਨੇ ਉਹ ਸਾਡਾ ਮਤਲਬ ਲਾਹੌਰ ਦੇ ਲੋਕ ਇਹ ਪਿਆਰ ਕਰਦੇ ਨੇ ਸਾਡਾ ਉਂਝੀ। ਨਾਲੇ ਜਿਹੜਾ ਕੰਮ ਇਹਨਾਂ 'ਚ ਗੱਡੀਆਂ ਦਾ ਤੇ ਇੱਕ ਜਗ੍ਹਾ ਬੜੀ ਮਖਸੂਸ ਜਾਂ ਥੋੜੀ ਜਗ੍ਹਾ ਤੇ ਇਹ ਨਹੀਂ ਹੁੰਦਾ, ਇਹ ਵਸੀ ਹੈ। ਤੇ ਹਜ਼ਰਤ ਅਲੀ ਦਾ ਵੀ ਕੌਲ ਹੈ ਜਿਹੜੇ ਕੰਮ ਨੂੰ ਜਿਹੜੀ ਚੀਜ਼ ਦੀ ਕਮੀ ਉਹਨੂੰ ਵਸੀ ਕਰੋ, ਅੱਲਾਹ ਪਾਕ ਉਹਨੂੰ ਮਜ਼ੀਦ ਤੁਸੀਂ ਵਸੀ ਕਰਦੇ ਹੋ ਤੇ ਵਧਾਉਂਦਾ ਹੈ। ਬਾਕੀ ਇਹ ਸਮਝ ਲਓ ਕਿ ਜਿਹੜੇ ਬਾਹਰ ਦੇ ਲੋਕ ਨੇ ਉਹ ਵੀ ਸਾਨੂੰ ਬਲਕਿ ਇੱਕ ਮੰਡੀ ਬਾਵਲਦੇ ਦਾ ਬੰਦਾ ਸੀ ਗੋਂਦਲ ਸਾਹਿਬ, ਇਹ ਸੱਚਾ ਵਕੂਆ ਹੈ, ਉਹਨੇ ਮੈਨੂੰ ਫੋਨ ਕੀਤਾ, ਉਹ ਸਕਾ ਜੀ ਮੈਨੂੰ ਚਾਹੀਦੀ ਗੱਡੀ ਸਰਫ ਡਾਲਾ। ਉਹਨੇ ਕੋ ਘੋੜੇ ਰੱਖੇ ਸਨ ਤੇ ਉਹਦੀ ਖੁਰਲੀ ਦੇ ਅੱਗੇ ਨਾ ਬਣਾਈ ਸੀ ਘੋੜਿਆਂ ਵਾਲੀ, ਤੇ ਗੱਡੀ ਚਾਹੀਦੀ। ਤੇ ਮੈਂ ਕਿਹਾ ਯਾਰ ਤੂੰ ਮੈਨੂੰ ਜਾਣਦਾ ਨਹੀਂ। ਹੋ ਸਕਾ ਭਾਜੀ ਮੈਂ ਤੁਹਾਡੀ ਸਿਰਫ ਵੇਖ ਕੇ ਨਾ ਤਸਵੀਰ ਤੇ ਮੈਨੂੰ ਤੁਸੀਂ ਕਾਊਂਟ ਕਰ ਲਓ, ਤੁਹਾਨੂੰ ਮੈਂ ਪੈਸੇ ਕਰਨਾ। ਔਰ ਯਕੀਨ ਕਰੋ ਉਹਨੇ ਬਾਹਰ ਬਹਿ ਕੇ ਮੇਰੇ ਨਾਲ ਸੌਦਾ ਕੀਤਾ ਤੇ ਮੈਂ ਉਹਨੂੰ ਗੱਡੀ ਖਿਲਾ ਦਿੱਤੀ ਹੈ। ਔਰ ਅੱਜ ਵੀ ਗੱਡੀ ਉਹਦੇ ਕੋਲ ਹੈ, ਆਜ਼ਾਦ ਗੋਦਲ ਉਹਦਾ ਨਾਂ ਹੈ, ਆਜ਼ਾਦ ਗੋਦਲ ਘੋੜੇ ਰੱਖੇ ਨੇ ਉਹਨੇ ਮੰਡੀ ਬਾਵਲ ਦੇ ਅੰਦਰ। ਤੇ ਇਹ ਇਸੇ ਤਰ੍ਹਾਂ ਬਾਹਰ ਦੇ ਲੋਕ ਵੀ ਸਾਡੇ ਨਾਲ ਬੜਾ ਪਿਆਰ ਕਰਦੇ ਨੇ, ਬੜਾ ਮਤਲਬ। ਤੇ ਹੁਣ ਜਿਹੜਾ 28 ਤਾਰੀਖ ਨੂੰ ਤੁਸੀਂ ਮੇਲਾ ਸਜਾ ਰਹੇ ਉਹਦੇ ਹਵਾਲੇ ਦੱਸੋ, ਕੀ ਕਰੋਗੇ ਉੱਥੇ, ਉਹਦੀ ਕੀ ਤਿਆਰੀ ਹੈ? 12 ਵਜੇ ਤੁਸੀਂ ਇਫਤਤਾਹ ਕਰ ਰਹੇ ਹੋ, ਕੌਣ ਕਰੇਗਾ ਇਫਤਤਾਹ? ਔਰ ਮੁਕਾਬਲੇ 'ਚ ਇਫਤਤਾਹ ਦੇ ਉੱਤੇ ਇਫਤਤਾਹ 2 ਵਜੇ ਹੋ ਰਿਹਾ ਹੈ, ਉਹਦੀ ਕੀ ਤਿਆਰੀ ਹੈ? ਕਿਸ ਤਰ੍ਹਾਂ ਦੋਸਤ ਤੁਹਾਡੇ ਨਾਲ ਜਿਹੜੀ ਯੂਨੀਅਨ ਹੈ ਤੁਹਾਡੀ ਉਹ ਕੀ ਤਾਵਨ ਕਰ ਰਹੀ ਹੈ, ਦੋਸਤ ਕੀ ਤਾਵਨ ਕਰ ਰਹੇ? ਵੇਖੋ ਅਸੀਂ ਜਿਹੜਾ ਬੰਦਾ ਛੋਟਾ ਮੋਟਾ ਕਾਰੋਬਾਰੀ ਹੈ ਜਾਂ ਬਹੁਤ ਵੱਡਾ ਕਾਰੋਬਾਰੀ ਹੈ, ਉਹਦਾ ਹੋਰ ਕੋਈ ਫਿਤਾ ਕੱਟਣ ਵਾਲੀਆਂ ਕੋ ਸਾਨੂੰ ਹੋਰ ਕਿਸੇ ਦੀ ਨਹੀਂ। ਮੈਂ ਤੇ ਆਪ ਮੇਰਾ ਵਾਲਦ ਕੱਟੇਗਾ ਫਿਤਾ, ਤੇ ਮੇਰੇ ਵਾਲਦ ਦੀਆਂ ਬੜੀਆਂ ਦੁਆਵਾਂ ਨੇ ਮੇਰੇ ਮਗਰ। ਤੇ ਜਿਹੜਾ 28 ਤਰੀਕ ਵਾਲੇ ਦਿਨ ਅਸੀਂ ਦਾਵਤ ਆਮ ਹੈ, ਇਨਸ਼ਾਅੱਲਾ ਮੇਰਾ ਖਿਆਲ ਆਂਦਾ ਹੈ ਕਿ ਪੂਰੇ ਪਾਕਿਸਤਾਨ ਨੂੰ ਦਾਵਤ ਹੈ, ਬਲਕਿ ਬਾਹਰ ਦੀਆਂ ਜੀਆਂ ਨੂੰ ਵੀ ਉਮੀਦ ਹੈ। ਕੁਛ ਜੀ ਜਿਹੜੇ ਨੇ ਬਾਹਰੋਂ ਵੀ ਆ ਰਹੇ ਨੇ ਜਨਾਬ 28 ਤਰੀਕ ਨੂੰ, ਕਿ ਸਾਡਾ ਮੇਲੇ ਦੀ ਰੌਣਕ ਵਧਾਉਣ ਵਾਸਤੇ। ਠੀਕ ਹੈ, ਯਾਨੀ ਉਹ ਪੂਰਾ ਮਾਹੌਲ ਹੋਏਗਾ ਉੱਥੇ ਜੀ, ਪੂਰਾ ਇਨਸ਼ਾਅੱਲਾ ਜੀ। ਮੇਰਾ ਮਤਲਬ ਪੂਰੀ ਚਹਿਲ ਬਹਿਲ, ਫਿਰ ਖਾਣੇ ਦਾ ਇੰਤਜ਼ਾਮ ਹੈ, ਫਿਰ ਵੈਲਕਮ ਕਰਾਂਗੇ। ਜਿਹੜੇ ਮਹਿਮਾਨ ਦੂਰੋਂ ਆਉਣਗੇ ਉਹਨਾਂ ਦੇ ਫੁੱਲਾਂ ਦਾ ਇੰਤਜ਼ਾਮ ਹੈ, ਫੁੱਲ ਸੁੱਟਾਂਗੇ ਉਹਨਾਂ ਨੂੰ ਜਨਾਬ। ਹਾਂਜੀ। ਅੱਛਾ, ਇਹ ਦੱਸੋ ਕਿ ਜਿਹੜੀਆਂ ਤੁਸੀਂ ਇਹ ਗੱਡੀਆਂ ਆ ਰਹੀਆਂ, ਹਰ ਰੋਜ਼ ਇੱਕ ਨया ਬ੍ਰਾਂਡ, ਨਵੀਂ ਕੰਪਨੀ ਆ ਰਹੀ ਹੈ ਔਰ ਜਦੀਦ ਤੋਂ ਜਦੀਦ ਆ ਰਹੀ ਹੈ। ਤੁਸੀਂ ਇੱਕ ਟੀਮ ਆਪਣੇ ਨਾਲ ਰੱਖੀ ਹੈ ਔਰ ਉਹਦੀ ਗੱਡੀ ਦੀ ਜਾਂਚ ਪੜਤਾਲ ਲਈ ਕੀ ਸਿਸਟਮ ਬਣਾਓਗੇ? ਔਰ ਇੱਥੇ ਅੱਜ ਕੱਲ ਜਿਹੜੀ ਇਹ ਕਮਿਸ਼ਨ ਦਾ ਵੀ ਬੜਾ ਰੋਲਾ ਹੈ। ਕੋਈ ਕਹਿ ਰਿਹਾ 30,000 ਲੈਣਾ, ਕੋਈ ਕਹਿੰਦਾ ਮੈਂ 15,000 ਲੈਣਾ। ਤੁਹਾਨੂੰ ਵੇਖ ਕੇ ਕੋਈ ਬੰਦਾ ਅੱਧੀ ਕੀਮਤ ਛੁੱਟ ਛੱਡਦਾ ਹੈ ਆਪਣੀ ਰੂਟੀਨ ਦੀ। ਇਹ ਕੀ ਰੋਲਾ? ਇਹਦੇ ਬਾਰੇ ਤੁਸੀਂ ਬਿਆਨ ਜਾਰੀ ਕੀਤਾ, ਇਹਦੇ ਬਾਰੇ ਉਸੇ ਤਰ੍ਹਾਂ ਮੈਨੂੰ ਵੀ ਬਿਆਨ ਦਿਓ ਨਾ, ਜਾਂ ਤੁਸੀਂ ਸੋਸ਼ਲ ਮੀਡੀਆ ਤੇ ਦਿੱਤਾ। ਜੀ ਵੇਖੋ, ਜਿਹੜੀ ਹੈ ਨਾ ਕਮਿਸ਼ਨ ਵਾਲੀ ਗੱਲ, ਉਹ ਕੋਈ ਕਿਸੇ ਮਾਰਕੀਟ ਵਿੱਚ ਤੈਅ ਨਹੀਂ ਮੇਰੇ ਖਿਆਲ ਨਾਲ। ਨਾ ਹੀ ਸਾਨੂੰ ਕਿਸੇ ਮਤਲਬ ਪਾਬੰਦ ਕੀਤਾ ਹੈ, ਮਤਲਬ ਸਦਰ ਸਾਹਿਬ ਨੇ ਜਾਂ ਇਹਦਾ। ਮੈਂ ਸਮਝਣਾ ਕਿ ਸਾਨੂੰ, ਅਸੀਂ ਇੰਜ ਦੇ ਬੰਦੇ ਆ, ਯਕੀਨ ਕਰੋ ਕਿ ਕਮਿਸ਼ਨ ਤਾਂ ਬੜੀ ਦੂਰ ਦੀ ਗੱਲ ਹੈ। ਸਾਨੂੰ ਸਿਰਫ ਕੋਈ ਦੁਆ ਵੀ ਦੇ ਛੜੇ ਤੇ ਅਸੀਂ ਖੁਸ਼ ਹੋ ਜਾਂਦੇ ਹਾਂ। ਕਮਿਸ਼ਨ ਤਾਂ ਬੜੀ ਇੱਕ ਹੋਰ ਗੱਲ ਹੈ, ਕਮਿਸ਼ਨ ਤਾਂ ਬਹੁਤ ਛੋਟੀ ਗੱਲ ਹੈ। ਨਹੀਂ, ਤੁਸੀਂ ਕਿਹਾ ਕਿ ਮਾਰਕੀਟ ਵਿੱਚ ਅਗਰ ਉਹ ਬੰਦਾ
15,000 ਲੇਗਾ ਹੀ 5,000 ਘੱਟ ਲਵਾਂਗੇ, 10,000 ਲਵਾਂਗੇ। ਠੀਕ ਹੈ, ਉਹ ਤੁਹਾਡੀ ਵੀਡੀਓ ਸੁਣਨ ਤੋਂ ਬਾਅਦ ਉਹਨੇ ਕਿਹਾ ਜੀ ਮੈਂ 15,000 ਦੋਵਾਂ ਪਾਸੋਂ ਲਵਾਂਗਾ। ਇਹ ਪਹਿਲੇ ਉਹ 30,000 ਲੈਂਦਾ ਸੀ। ਵੇਖੋ ਇਹਦੇ ਵਿੱਚ ਕੁਝ ਸਵਾਲ ਐਸੇ ਹੁੰਦੇ ਨੇ ਕਿ ਇਕੱਲੇ ਬੰਦੇ ਕੋਲ ਜਵਾਬ ਨਹੀਂ ਹੁੰਦਾ। ਤੁਸੀਂ ਭਾਈ ਹੋ ਜਿਹੜਾ ਮੇਰੇ ਵੱਡੇ ਭਾਈ ਨੇ ਭਾਈ ਹਾਜੀ ਜ਼ਮਾਨ ਅਜਰਾ ਸਾਹਿਬ ਸਾਰਾ ਮੋਟਰ ਵਾਲੇ ਤੇ ਕਿੰਗ ਮੋਟਰ ਵਾਲੇ, ਇਹ ਦੋਵੇਂ ਇਕੱਠਾ ਉਹ ਮੇਲਾ ਲਵਾ ਰਹੇ ਨੇ। ਉਹਦੇ ਵਿੱਚ ਵੱਡੇ ਭਾਈ ਵੀ ਚਲੋ ਕੋਈ ਕਰਨਗੇ, ਉਹਨਾਂ ਕੀ ਕਰਨਾ ਕਰਾਣਾ। ਬਾਕੀ ਗੁਜ਼ਾਰਿਸ਼ ਹੈ ਵੀ ਜਿਹੜੀ ਕਮਿਸ਼ਨ ਵਾਲੀ ਗੱਲ ਹੈ, ਕੋਈ ਸਖਤੀ ਕੋਈ ਐਸੀ ਗੱਲ ਨਹੀਂ। ਇੱਕ ਬੰਦਾ ਹੁੰਦਾ ਇਸਲਾਮਾਬਾਦ ਤੋਂ ਜਾਂ ਦੂਰੋਂ ਹੁੰਦਾ ਹੈ, ਕੋਈ 2 ਜ਼ਿਲ੍ਹੇ ਟੱਪ ਕੇ ਆ ਰਿਹਾ ਸਾਡੇ ਕੋਲ, ਤੇ ਉਹਨੂੰ 5-10 ਹਜ਼ਾਰ ਨਾ ਕਮਿਸ਼ਨ ਦੇਣ ਦਾ ਭਾਰ ਹੈ, ਤੇ ਨਾ ਹੀ ਮੇਰਾ ਖਿਆਲ ਹੈ ਸਾਨੂੰ ਉਂਝ ਵੀ 2-4-5-10 ਹਜ਼ਾਰ ਜਿਹੜਾ ਤੁਹਾਡਾ ਗੇੜਾ ਤਲਕ ਵਾਲਾ ਬੰਦਾ ਹੈ, ਉਹ ਤੇ ਜਿਹੜੇ ਬੱਚੇ ਗੱਡੀਆਂ ਚਾਬੀ ਫੜਾਉਣ ਵਾਲੇ ਉਹਨਾਂ ਨੂੰ ਦੇ ਛੱਡਦੇ ਨੇ ਕਮਿਸ਼ਨ ਦਾ ਕਿਹੜਾ। ਹਾਂਜੀ, ਕੋਈ ਇਸ ਗੱਲ ਤੇ ਮੈਂ ਐਡਾ ਇਤਫਾਕ ਨਹੀਂ ਕਰਦਾ ਕਿ ਜ਼ਰੂਰੀ ਹੈ ਕਿ ਮੈਂ ਸਾਡਾ। ਹਾਂਜੀ, ਅੱਛਾ, ਆਖਰ ਤੇ ਦੱਸੋ ਕਿ 28 ਤਾਰੀਖ ਨੂੰ ਕੀ ਦਾਵਤ ਦਿੰਦੇ ਹੋ तमाम, ਔਰ ਕੀ ਕਹੋਗੇ ਕਿ ਜੋ ਮਾਹੌਲ ਬਣਾ ਰਹੇ ਨੇ ਗੁਜਰਾਲੇ 'ਚ ਇੱਕ ਇੰਤਸ਼ਾਰ ਦਾ, ਜਿਹੜੇ ਲੋਕ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰਦੇ ਨੇ, ਗੁਜਰਾਲੇ ਲੋਕਾਂ ਨੂੰ ਕਹਿੰਦੇ ਨੇ ਕਿ ਤੁਸੀਂ ਆਪਣਾ ਨਾਂ ਸਾਡੇ ਨਾਲ ਜ਼ਮ ਕਰ ਲਓ, ਉਹਨਾਂ ਨੂੰ ਕੀ ਪੈਗਾਮ ਦਿਓ? ਵੇਖੋ ਤੁਸੀਂ ਆਪ ਸਮਝਦਾਰ ਬੰਦੇ ਹੋ, ਗੁਜਰਾਂਵਾਲਾ ਇੱਕ ਪਿੰਡ ਦਾ ਨਾਂ ਨਹੀਂ, ਗੁਜਰਾਂਵਾਲਾ ਇੱਕ ਡਿਵੀਜ਼ਨ ਦਾ ਨਾਂ ਹੈ, ਤੇ ਡਿਵੀਜ਼ਨਾਂ ਨਾਲ ਮੁਕਾਬਲੇ ਜਾਂ ਮਤਲਬ ਮੈਂ ਨਹੀਂ ਸਮਝਦਾ। ਔਰ ਬੜੇ ਬੜੇ ਇੱਥੇ ਏਡੇ ਏਡੇ ਵੱਡੇ ਲੋਕ ਬੈਠੇ ਨੇ ਜਿਹੜੇ ਗੱਡੀਆਂ ਦਾ ਕੰਮ ਕਰਦੇ ਨੇ, ਜਿਹੜੇ ਸਾਡੇ ਨਾਲ ਵੀ ਪਿਆਰ ਕਰਦੇ ਨੇ। ਹਾਜੀ ਜ਼ਮਾਨ ਸਾਹਿਬ ਨੇ, ਮੇਰੇ ਭਾਈ ਨੇ, ਇਹਨਾਂ ਦਾ ਬੜਾ ਨੈਟਵਰਕ ਹੈ। ਹਾਂਜੀ, ਤੇ ਸਾਡਾ ਵੀ ਮਾੜਾ ਚੰਗਾ ਹੈ ਹੀ ਹੈ। ਫਿਰ ਲੋਕਾਂ ਨੂੰ ਪਤਾ ਹੈ, ਚਲੋ ਸਾਰਾ ਜਿਹੜੇ ਸ਼ੋਰੂਮ ਹੁੰਦੇ ਨੇ ਬੰਦਿਆਂ ਦੇ ਨਾਂ ਤਕਰੀਬਨ ਬੰਦੇ ਜਾਣਦੇ ਹੁੰਦੇ ਨੇ। अल्लाह पाक की रहमत मैं समझना, तो इंशाल्लाह 28 तारीख को तो आप पता लग जाएगा। हाँ जी जी नाज़रीन, मेरे साथ मौजूद थे चौधरी मुश्ताक साहब, जो किंग मोटर के ओनर हैं, और चांदा किला जीटी रोड पर इनका शोरूम है। तो ये और हाजी जमान साहब जो न्यू सहारा मोटर वाले हैं, जो इनकम टैक्स ऑफिस जीटी रोड के ऊपर उनका शोरूम है, ये आज़ाद मिलकर 28 तारीख को गुजरांवाला की तारीख का पहला जो मेला लगा रहे हैं। और वो हर जुमे को वो जो न्यू मेला जो है रहमान गार्डन, जो रहमान कमर्शियल हब है नवाब चौक के करीब, वहाँ 12 बजे उसका 28 तारीख को इफ्तिताह करेंगे। और जो इनका मकसद ये है कि गुजरांवाला को जीटी रोड के ऊपर जो जुमे वाले दिन जो बाज़ार लगता है, वो जीटी रोड पर क्योंकि रश की बिना पर इंतज़ामिया की को मसाइल है, लोगों को आने जाने का मसाइल है, इसके हवाले से काफ़ी अरसे से ये सोच विचार कर रहे थे कि इन्होंने यहाँ से निकल खुली जगह पर जुमा बाज़ार लगाया जाए, जहाँ पे तमाम गुजरांवाला और तमाम पाकिस्तान से लोग आए और अपनी मनपसंद गाड़ी की ख़रीदारी करें और यहाँ से लेकर जाएं गुजरांवाला से। और जहाँ पे वो तमाम वो फैसिलिटी फराहम करेंगे कि जो अपने अपने शोरूम पर ये लोगों को फैसिलिटी देते हैं, उसी को वहाँ पे भी राज करेंगे। गाड़ी की देखभाल, गाड़ी का पेंट, गाड़ी के इंजन, जितनी भी सर्विस है और इसकी जो बुक है, तमाम तर चीज़ों को जब तक ये क्लियर नहीं करवाएंगे उस देर तक गाड़ी को वहाँ से नहीं जाने देंगे। और इनकी ये उसी तरह जिम्मेदारी कबूल करेंगे उस मेले की भी, जिस तरह वो अपने शोरूम पे काम करते हैं। और ये 28 तारीख को नवाब चौक के करीब जो है रहमान कमर्शियल एरिया में 12 बजे इसका इफ्तिताह करेंगे, जिसकी ये हर गुजरांवाला और पाकिस्तान के डीलर को वहाँ काम करने की आने की दावत देते हैं। और उम्मीद है कि आप लोगों को इनकी गुफ्तगू से, इनके काम से वो चीज़ें मिलेंगी जो गुजरांवाला के पहचान है, पहलवानों का शहर है। और देखेंगे कि 28 तारीख को ये पहलवान क्या लोगों को पैगाम देंगे और लोगों के लिए क्या फैसिलिटी देंगे। कैमरामैन मोहम्मद आरिफ के साथ सरदार ताहिर, जीटी रोड, गुजरांवाला।